सत श्री अकाल जी सारिਆਂ ਨੂੰ स्वागत है ਤੁਹਾਡਾ ਮੇਰੇ ਚੈਨਲ ਜਿਹਦਾ ਨਾਮ ਹੈ ਆਇਲਸ ਇਨ ਪੰਜਾਬੀ ਜਿੱਥੇ ਤੁਸੀਂ ਮਾਂ ਬੋਲੀ 'ਚ ਮਤਰੇਈ ਭਾਸ਼ਾ ਸਿੱਖ ਸਕਦੇ ਜੇ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਇੰਗਲਿਸ਼ ਰਿਲੇਟਡ ਤੇ ਆਇਲਸ ਐਗਜ਼ਾਮ ਰਿਲੇਟਡ ਰੈਗੂਲਰ ਵੀਡੀਓਜ਼ ਅਪਲੋਡ ਹੁੰਦੀਆਂ। ਇਹ ਵੀਡੀਓਜ਼ ਪੰਜਾਬੀ ਲੈਂਗੁਏਜ 'ਚ ਜਿਹੜੀਆਂ ਤੁਹਾਡੀ ਇੰਗਲਿਸ਼ ਇੰਪਰੂਵ ਕਰਨ 'ਚ ਤੁਹਾਡੇ ਆਇਲਸ ਐਗਜ਼ਾਮ 'ਚ ਬੈਂਡਸ ਇੰਪਰੂਵ ਕਰਨ 'ਚ ਹੈਲਪ ਕਰ ਸਕਦੀਆਂ। ਅੱਜ ਆਪਾਂ ਗੱਲ ਕਰਾਂਗੇ ਆਇਲਸ ਟਾਸਕ 1 ਦੀ। ਅਕੈਡਮਿਕ ਸਟੂਡੈਂਟਸ ਨੂੰ ਜਿਹੜਾ ਆਇਲਸ ਦਾ ਟਾਸਕ 1 ਆਉਂਦਾ ਐਗਜ਼ਾਮ ਦੇ ਵਿੱਚ ਉਹਦੇ ਵਿੱਚ ਇੱਕ ਟਾਸਕ ਟਾਈਪ ਹੁੰਦੀ ਆ ਪ੍ਰੋਸੈਸ, ਉਹਨੂੰ ਕਿੱਦਾਂ ਲਿਖਣਾ। ਜੇ ਤੁਹਾਨੂੰ ਸਾਰੀਆਂ ਟਾਸਕ ਟਾਈਪਸ ਦਾ ਨਹੀਂ ਪਤਾ ਕਿ ਟਾਸਕ 1 ਕਿਹੜੇ ਟਾਈਪਸ ਦੇ ਹੁੰਦੇ ਆ ਅਕੈਡਮਿਕ ਸਟੂਡੈਂਟਸ ਵਾਸਤੇ, ਤਾਂ ਉਹਦਾ ਲਿੰਕ ਤੁਹਾਨੂੰ ਵੀਡੀਓ ਦੇ ਐਂਡ 'ਚ ਮਿਲ ਜੂਗਾ। ਹੁਣ ਆਪਾਂ ਸਟਾਰਟ ਕਰਦੇ ਹਾਂ ਕਿ ਇੱਕ ਪ੍ਰੋਸੈਸ ਨੂੰ ਕਿੱਦਾਂ ਲਿਖਣਾ ਆ। ਸਕਰੀਨ 'ਤੇ ਤੁਸੀਂ ਇਮੇਜ ਦੇਖ ਸਕਦੇ ਹੋ ਜਿਹੜਾ ਟਾਸਕ 1 ਅੱਜ ਆਪਾਂ ਕਰਨਾ ਆ। The diagram illustrates the process that is used to manufacture bricks for the building industry. Summarize the information by selecting and reporting the main features and make comparisons where relevant. Brick manufacturing ਦਾ ਇਹ ਪ੍ਰੋਸੈਸ ਆ ਜਿਹਨੂੰ ਆਪਾਂ ਵਰਡਸ 'ਚ ਕਨਵਰਟ ਕਰਨਾ ਆ। ਆਪਾਂ ਇਹਦਾ ਸਟਰਕਚਰ ਦੇਖਾਂਗੇ ਤੇ ਸੈਂਟੈਂਸ ਬਾਏ ਸੈਂਟੈਂਸ ਇਹਨੂੰ ਕਿੱਦਾਂ ਲਿਖਣਾ ਆ ਉਹ ਦੇਖਾਂਗੇ। ਸਭ ਤੋਂ ਪਹਿਲੀ ਚੀਜ਼ ਤਾਂ ਇਹਦੇ ਵਿੱਚ ਹੈਗੀ ਆ ਵਰਡ ਲਿਮਿਟ, ਜਿਹਦਾ ਤੁਸੀਂ ਧਿਆਨ ਰੱਖਣਾ ਆ। ਤੁਹਾਨੂੰ ਪਤਾ ਹੋਣਾ ਕਿ ਜਿਹੜਾ ਟਾਸਕ 1 ਹੁੰਦਾ ਉਹਦੇ ਵਿੱਚ ਆਪਾਂ ਮਿਨੀਮਮ 150 ਵਰਡਸ ਲਿਖਣੇ ਹੁੰਦੇ ਆ। ਮੇਰੀ ਸੁਜੈਸ਼ਨ ਤੁਹਾਨੂੰ ਇਹ ਆ ਤੁਸੀਂ 160 to 180 ਵਰਡਸ ਦੇ ਵਿੱਚ ਰਹਿ ਸਕਦੇ ਹੋ, ਉਹ ਮੋਸਟ ਸੂਟੇਬਲ ਰੇਂਜ ਰਹੂਗੀ ਤੁਹਾਡੇ ਵਾਸਤੇ। ਦੂਸਰੀ ਗੱਲ ਆਉਂਦੀ ਆ ਨੰਬਰ ਆਫ ਪੈਰਾਗ੍ਰਾਫਸ ਦੀ। ਪੈਰਾਗ੍ਰਾਫਸ ਕਿੰਨੇ ਬਣਾਉਣੇ ਆ? ਟੋਟਲ 4 ਪੈਰਾਗ੍ਰਾਫਸ ਬਣਨਗੇ ਤੁਹਾਡੇ ਪ੍ਰੋਸੈਸ ਦੇ ਵਿੱਚ। ਇਹ 1 ਬਾਏ 1 ਆਪਾਂ ਪੈਰਾਗ੍ਰਾਫਸ ਦੇਖਦੇ ਹਾਂ ਕਿ ਫਸਟ ਪੈਰਾਗ੍ਰਾਫ 'ਚ ਕੀ ਆ, ਸੈਕਿੰਡ 'ਚ ਕੀ ਆ, ਥਰਡ ਫੋਰਥ ਦੇ ਵਿੱਚ ਕੀ ਆ। ਸਭ ਤੋਂ ਪਹਿਲਾ ਪੈਰਾਗ੍ਰਾਫ ਜਿਹੜਾ ਤੁਹਾਡਾ ਹੈਗਾ ਆ ਉਹ ਹੈਗਾ ਇੰਟਰੋਡਕਸ਼ਨ, ਆਪਣੇ ਟਾਸਕ ਦੀ ਇੰਟਰੋਡਕਸ਼ਨ। ਇਹ ਬਹੁਤ ਜ਼ਿਆਦਾ ਡਿਫਿਕਲਟ ਨਹੀਂ ਆ, ਸਿੰਪਲ ਜੀ ਹੁੰਦੀ ਆ। ਇੱਕ ਸੈਂਟੈਂਸ ਦੀ ਲਿਖਣੀ ਆ ਤੁਸੀਂ, ਬਸ ਬਹੁਤ ਆ ਇੱਕ ਸੈਂਟੈਂਸ। ਜਿਹੜੀ ਆਪਾਂ ਨੂੰ ਕੁਐਸਚਨ ਸਟੇਟਮੈਂਟ ਦਿੱਤੀ ਹੋਈ ਆ, ਮੈਂ ਦੁਬਾਰਾ ਰੀਡ ਕਰਦਾ ਕੁਐਸਚਨ ਸਟੇਟਮੈਂਟ। The diagram illustrates the process that is used to manufacture bricks for the building industry. ਇਸੇ ਸੈਂਟੈਂਸ ਨੂੰ ਆਪਾਂ ਰੀਫਰੇਜ਼ ਕਰਕੇ ਆਪਣੀ ਇੰਟਰੋਡਕਸ਼ਨ ਬਣਾ ਲੈਣੀ ਆ। ਕੁਛ ਐਡ ਨਹੀਂ ਕਰਨਾ, ਕੁਛ ਮਾਈਨਸ ਨਹੀਂ ਕਰਨਾ, ਸਿੰਪਲ ਰੱਖਣਾ ਇਹਨੂੰ। ਮੈਂ ਇਹਨੂੰ ਪੈਰਾਫਰੇਜ਼ ਜਾਂ ਰੀਫਰੇਜ਼ ਕਰ ਲਿਆ ਆ। ਦੀ ਪਿਕਚਰਸ ਸ਼ੋ ਦੀ ਪ੍ਰੋਡਕਸ਼ਨ ਪ੍ਰੋਸੈਸ ਆਫ ਬ੍ਰਿਕਸ ਫॉर ਕੰਸਟਰਕਸ਼ਨ ਇੰਡਸਟਰੀ। ਹੁਣ ਇਹਦੇ ਵਿੱਚ ਕੁਛ ਮੈਂ ਵਰਡਸ ਚੇਂਜ ਕੀਤੇ ਆ, ਸਿਨੋਨਿਮਸ ਯੂਜ਼ ਕੀਤੇ ਆ, ਸੈਂਟੈਂਸ ਥੋੜ੍ਹਾ ਜਿਹਾ ਚੇਂਜ ਕੀਤਾ ਆ। ਡਾਇਗਰਾਮ ਇੱਕ ਵਰਡ ਲਿਖਿਆ ਸੀਗਾ ਉਹਦੀ ਜਗ੍ਹਾ ਮੈਂ ਪਿਕਚਰਸ ਲਿਖਤਾ ਆ, ਜਾਂ ਇਲਸਟ੍ਰੇਟਸ ਇੱਕ ਵਰਡ ਸੀਗਾ ਉਹਦੀ ਜਗ੍ਹਾ ਮੈਂ ਸ਼ੋ ਲਿਖਤਾ ਆ, ਜਾਂ ਉੱਥੇ ਲਿਖਿਆ ਸੀਗਾ ਦਾ ਪ੍ਰੋਸੈਸ ਦੈਟ ਇਜ਼ ਯੂਜ਼ ਟੂ ਮੈਨੂਫੈਕਚਰ ਬ੍ਰਿਕਸ, ਉਹਦੀ ਜਗ੍ਹਾ ਮੈਂ ਪ੍ਰੋਡਕਸ਼ਨ ਪ੍ਰੋਸੈਸ ਆਫ ਬ੍ਰਿਕਸ ਲਿਖਤਾ ਆ। ਬਿਲਡਿੰਗ ਇੰਡਸਟਰੀ ਦੀ ਜਗ੍ਹਾ ਕੰਸਟਰਕਸ਼ਨ ਇੰਡਸਟਰੀ। ਸਿਰਫ ਕੁਛ ਵਰਡਸ 'ਤੇ ਚੇਂਜ ਕੀਤੇ ਆ, ਸਾਰਾ ਕੁਛ ਉਹੀ ਆ, ਕੁਛ ਨਹੀਂ ਐਡ ਕੀਤਾ, ਨਾ ਹੀ ਕੁਛ ਮਾਈਨਸ ਕੀਤਾ ਇਹਦੇ ਵਿੱਚੋਂ। ਸਿੰਪਲੈਸਟ ਚੀਜ਼ ਆ ਇੰਟਰੋਡਕਸ਼ਨ ਲਿਖਣਾ ਟਾਸਕ 1 ਦੀ। ਸੈਕਿੰਡ ਪੈਰਾਗ੍ਰਾਫ ਜਿਹੜਾ ਆਉਂਦਾ ਉਹ ਹੈਗਾ ਓਵਰਵਿਊ। ਹੁਣ ਓਵਰਵਿਊ ਕੀ ਚੀਜ਼ ਆ? ਓਵਰਵਿਊ ਟਾਸਕ 1 ਦਾ ਕੀ ਹੁੰਦਾ ਆ? ਓਵਰਵਿਊ ਦੇ ਵਿੱਚ ਆਪਾਂ 2 to 4 ਕੀ ਫੀਚਰਸ ਲਿਖਣੇ ਹੁੰਦੇ ਆ। ਕੀ ਫੀਚਰਸ ਮਤਲਬ ਮੇਨ ਪੁਆਇੰਟਸ ਆਪਣੇ ਟਾਸਕ 'ਤੇ ਜਿਹੜੇ ਹਾਈਲਾਈਟਿੰਗ ਪੁਆਇੰਟਸ ਆ ਉਹ ਕੀ ਆ, ਉਹ ਸਾਰੇ ਕੀ ਫੀਚਰਸ ਨੂੰ ਆਪਾਂ ਆਇਡੈਂਟੀਫਾਈ ਕਰਨਾ ਹੁੰਦਾ, ਉਹ ਲਿਖਣੇ ਹੁੰਦੇ ਆ। ਘੱਟੋ ਘੱਟ 2 ਕੀ ਫੀਚਰਸ ਤੁਸੀਂ ਜ਼ਰੂਰ ਮੈਂਸ਼ਨ ਕਰਨੇ ਆ, ਮੈਕਸਿਮਮ 4 ਤੱਕ ਜਾ ਸਕਦੇ ਆ। ਹੁਣ ਪ੍ਰੋਸੈਸ 'ਤੇ ਕੀ ਫੀਚਰਸ ਕੀ ਹੋ ਸਕਦੇ ਆ, ਕਿਸੇ ਵੀ ਪ੍ਰੋਸੈਸ ਦੇ ਵਿੱਚ ਕੀ ਫੀਚਰਸ ਕੀ ਹੋ ਸਕਦੇ ਆ। ਉਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਟੋਟਲ ਨੰਬਰ ਆਫ ਸਟੈਪਸ। ਆਪਣੇ ਪੂਰੇ ਟਾਸਕ 1 ਦੇ ਵਿੱਚ ਕਿੰਨੇ ਸਟੈਪਸ ਜਾਂ ਕਿੰਨੀਆਂ ਸਟੇਜਿਸ ਇਨਵੋਲਵਡ ਆ, ਉਹ ਸਟੇਜਿਸ ਨੂੰ ਤੁਸੀਂ ਕਾਊਂਟ ਕਰਨਾ ਆ। ਉਹ ਟੋਟਲ ਨੰਬਰ ਆਫ ਸਟੈਪਸ ਜਾਂ ਸਟੇਜਿਸ ਬਣ ਜੂਗੇ, ਤੁਸੀਂ ਇਹ ਲਿਖ ਸਕਦੇ। ਸੈਕਿੰਡ ਚੀਜ਼ ਇਹਦੇ 'ਚ ਹੈਗੀ ਆ ਸਟਾਰਟਿੰਗ ਐਂਡ ਐਂਡਿੰਗ ਪੁਆਇੰਟ। ਤੁਹਾਡਾ ਪ੍ਰੋਸੈਸ ਸਟਾਰਟ ਕਿੱਥੋਂ ਹੋ ਰਿਹਾ ਅਤੇ ਖ਼ਤਮ ਕਿੱਥੇ ਹੋ ਰਿਹਾ, ਉਹ ਵੀ ਤੁਸੀਂ ਮੈਂਸ਼ਨ ਕਰ ਸਕਦੇ ਆ। ਥਰਡ ਚੀਜ਼ ਇਹਦੇ 'ਚ ਹੈਗੀ ਆ ਤੁਹਾਡਾ ਪ੍ਰੋਸੈਸ ਲੀਨੀਅਰ ਆ ਜਾਂ ਸਾਈਕਲੀਕਲ ਆ। ਲੀਨੀਅਰ ਦਾ ਮਤਲਬ ਹੁੰਦਾ ਇੱਕ ਪੁਆਇੰਟ ਤੋਂ ਸਟਾਰਟ ਹੋ ਕੇ ਦੂਸਰੇ ਪੁਆਇੰਟ 'ਤੇ ਉਹ ਖ਼ਤਮ ਹੋ ਰਿਹਾ, ਪੁਆਇੰਟ A to ਪੁਆਇੰਟ B ਉਹ ਖ਼ਤਮ ਹੋ ਜਾਂਦਾ ਆ। ਇਹਦੀ ਇੱਕ ਐਗਜ਼ਾਮਪਲ ਹੋਊਗੀ ਪ੍ਰੋਸੈਸ ਆਫ ਮੈਨੂਫੈਕਚਰਿੰਗ ਬ੍ਰਿਕਸ ਜਾਂ ਪ੍ਰੋਸੈਸ ਆਫ ਮੈਨੂਫੈਕਚਰਿੰਗ ਕਾਟਨ ਟੀ-ਸ਼ਰਟ ਜਾਂ ਇੱਦਾਂ ਦਾ ਕੋਈ ਹੋਰ ਮੈਨੂਫੈਕਚਰਿੰਗ ਪ੍ਰੋਸੈਸ। ਜਾਂ ਸਾਈਕਲੀਕਲ ਕੀ ਹੁੰਦਾ ਹੈ? ਜਿਹੜਾ ਪ੍ਰੋਸੈਸ ਰਿਪੀਟ ਹੁੰਦਾ ਰਹਿੰਦਾ ਕੰਟੀਨਿਊਟੀ ਦੇ ਵਿੱਚ। ਫੋਰ ਐਗਜ਼ਾਮਪਲ ਲਾਈਫ ਸਾਈਕਲ ਆਫ ਅ ਸਿਲਕ ਵਾਰਮ ਜਾਂ ਵੈਪੋਰੇਸ਼ਨ ਪ੍ਰੋਸੈਸ ਵੀ ਇੱਕ ਸਾਈਕਲੀਕਲ ਪ੍ਰੋਸੈਸ ਆ, ਕਿਉਂਕਿ ਉਹ ਕੰਟੀਨਿਊਟੀ ਦੇ ਵਿੱਚ ਚੱਲਦਾ ਰਹਿੰਦਾ ਆ। ਤਾਂ ਇਹ ਵੀ ਤੁਸੀਂ ਮੈਂਸ਼ਨ ਕਰ ਸਕਦੇ ਆ। ਲਾਸਟ ਚੀਜ਼ ਜਿਹੜੀ ਤੁਸੀਂ ਮੈਂਸ਼ਨ ਕਰ ਸਕਦੇ ਹੋ ਉਹ ਹੈਗਾ ਨੈਚੁਰਲ ਜਾਂ ਮੈਨ ਮੇਡ। ਤੁਹਾਡਾ ਪ੍ਰੋਸੈਸ ਜਿਹੜਾ ਨੈਚੁਰਲ ਆ ਜਾਂ ਮੈਨ ਮੇਡ। ਹੁਣ ਨੈਚੁਰਲ ਕਿਹੜਾ ਹੁੰਦਾ ਆ? ਫੋਰ ਐਗਜ਼ਾਮਪਲ ਵੈਪੋਰੇਸ਼ਨ, ਜਿੱਦਾਂ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ, ਜਾਂ ਲਾਈਫ ਸਾਈਕਲ ਆਫ ਅ ਸਿਲਕ ਵਾਰਮ, ਉਹ ਨੈਚੁਰਲ ਹੁੰਦਾ ਹੈ। ਮੈਨ ਮੇਡ ਕਿਹੜਾ ਹੁੰਦਾ? ਜਿੱਦਾਂ ਹੁਣ ਇਹ ਮੈਨੂਫੈਕਚਰਿੰਗ ਪ੍ਰੋਸੈਸ ਆ ਜਾਂ ਪ੍ਰੋਡਕਸ਼ਨ ਪ੍ਰੋਸੈਸ ਆ। ਸ਼ਰਟ ਨੂੰ ਬਣਾਉਣਾ ਜਾਂ ਕਿਸੇ ਚੀਜ਼ ਨੂੰ ਮੈਨੂਫੈਕਚਰ ਕਰਨਾ ਉਹ ਮੈਨ ਹੀ ਕਰਦਾ ਆ, ਬੰਦੇ ਖੁਦ ਕਰਦੇ ਆ, ਇਸ ਲਈ ਉਹ ਮੈਨ ਮੇਡ ਪ੍ਰੋਸੈਸ ਆ। ਨੈਚੁਰਲ ਜਿਹੜੇ ਬੰਦੇ ਖੁਦ ਨਹੀਂ ਕਰਦੇ, ਨੇਚਰ ਹੀ ਕਰਦਾ ਆ, ਉਹ ਨੈਚੁਰਲ ਪ੍ਰੋਸੈਸ ਆ। ਹੁਣ ਮੈਂ 4 ਚੀਜ਼ਾਂ ਤੁਹਾਨੂੰ ਦੱਸਤੀਆਂ ਜਿਹੜੀਆਂ ਤੁਸੀਂ ਪ੍ਰੋਸੈਸ ਦੇ ਵਿੱਚ ਯੂਜ਼ ਕਰ ਸਕਦੇ ਆ। ਇਹ ਮਿਨੀਮਮ 2 ਤੁਸੀਂ ਮੈਂਸ਼ਨ ਕਰਨੀਆਂ ਹੁੰਦੀਆਂ, 4 ਵੀ ਕਰ ਸਕਦੇ ਆ। ਮੈਂ ਜਿਹੜਾ ਓਵਰਵਿਊ ਲਿਖਿਆ ਹੈਗਾ ਉਹ ਹੈਗਾ ਓਵਰਆਲ ਪ੍ਰੋਡਕਸ਼ਨ ਆਫ ਬ੍ਰਿਕਸ ਇਜ਼ ਅ ਮੈਨ ਮੇਡ ਲੀਨੀਅਰ ਪ੍ਰੋਸੈਸ ਇਨਵੋਲਵਿੰਗ ਟੋਟਲ 7 ਸਟੇਜਿਸ। ਇਟ ਸਟਾਰਟਸ ਵਿਦ ਐਕਸਕਾਵੇਸ਼ਨ ਆਫ ਕਲੇ ਐਂਡ ਐਂਡਸ ਵਿਦ ਦ ਡਿਲੀਵਰੀ ਆਫ ਬ੍ਰਿਕਸ। ਹੁਣ ਇਹਦੇ ਵਿੱਚ ਮੈਂ ਸਿਰਫ 2 ਸੈਂਟੈਂਸਿਸ ਲਿਖੇ ਆ, ਪਰ ਮੈਂ 4 ਕੀ ਫੀਚਰਸ ਇਹਦੇ ਵਿੱਚ ਯੂਜ਼ ਕੀਤੇ ਆ। ਕਿਹੜੇ ਕੀ ਫੀਚਰਸ ਯੂਜ਼ ਕੀਤੇ ਆ?
ਸਭ ਤੋਂ ਪਹਿਲਾਂ ਤਾਂ ਇਹ ਕਿ ਮੈਨ ਮੇਡ ਪ੍ਰੋਸੈਸ ਆ, ਦੂਸਰਾ ਇਹ ਲੀਨੀਅਰ ਪ੍ਰੋਸੈਸ ਆ, ਤੀਸਰਾ ਟੋਟਲ 7 ਸਟੇਜਿਸ ਆ, ਅਤੇ ਫੋਰਥ ਸਟਾਰਟਸ ਵਿਦ ਐਕਸਕੇਵੇਸ਼ਨ ਆਫ ਕਲੇ ਐਂਡ ਐਂਡਸ ਵਿਦ ਡਿਲੀਵਰੀ ਆਫ ਬ੍ਰਿਕਸ। ਮਤਲਬ ਮੈਂ ਸਟਾਰਟਿੰਗ ਪੁਆਇੰਟ ਵੀ ਦੇ ਦਿੱਤਾ ਆ ਅਤੇ ਐਂਡਿੰਗ ਪੁਆਇੰਟ ਵੀ ਦੇ ਦਿੱਤਾ ਆ। ਤੁਸੀਂ ਇੱਦਾਂ ਚਾਰੋਂ ਵੀ ਮੈਂਸ਼ਨ ਕਰ ਸਕਦੇ ਆ, ਮਿਨੀਮਮ 2 ਤਾਂ ਕਰਨੀ ਆ, ਬਟ ਸੈਂਟੈਂਸਿਸ ਤੁਸੀਂ 2 ਹੀ ਰੱਖਣੇ ਆ। ਜਿੱਦਾਂ ਮੈਂ 2 ਸੈਂਟੈਂਸਿਸ ਲਿਖੇ ਆ, ਤੁਸੀਂ ਵੀ ਟਰਾਈ ਕਰਨੀ ਆ 2 ਸੈਂਟੈਂਸਿਸ ਹੀ ਰਹਿਣ ਤੁਹਾਡੇ। ਜਿਹੜਾ ਮੈਂ ਓਵਰਵਿਊ ਲਿਖਿਆ ਉਹਨੂੰ ਤੁਸੀਂ ਐਜ਼ ਅ ਟੈਂਪਲੇਟ ਵੀ ਯੂਜ਼ ਕਰ ਸਕਦੇ ਆ। ਟੈਂਪਲੇਟ ਕਿੱਦਾਂ ਯੂਜ਼ ਕਰ ਸਕਦੇ ਆ? ਜਿੱਥੇ ਮੈਂ ਲਿਖਿਆ ਪ੍ਰੋਡਕਸ਼ਨ ਆਫ ਬ੍ਰਿਕਸ, ਤੁਹਾਡਾ ਕੋਈ ਵੀ ਪ੍ਰੋਸੈਸ ਤੁਹਾਨੂੰ ਗਿਵਨ ਹੋਵੇ ਐਗਜ਼ਾਮ ਦੇ ਵਿੱਚ, ਉੱਥੇ ਤੁਸੀਂ ਆਪਣੇ ਪ੍ਰੋਸੈਸ ਦਾ ਨਾਮ ਲਿਖ ਦੇਣਾ, ਜਿੱਦਾਂ ਪ੍ਰੋਡਕਸ਼ਨ ਆਫ ਕਾਟਨ ਟੀ-ਸ਼ਰਟ ਜਾਂ ਲਾਈਫ ਸਾਈਕਲ ਆਫ ਸਿਲਕ ਵੋਮ ਜਾਂ ਵੈਪੋਰੇਸ਼ਨ ਪ੍ਰੋਸੈਸ ਜਾਂ ਫੋਟੋਸਿੰਥਸਿਸ ਪ੍ਰੋਸੈਸ। ਬਸ ਇੱਥੇ ਤੁਸੀਂ ਉਹ ਨਾਮ ਲਿਖ ਦੇਣਾ ਆ। ਅੱਗੇ ਮੈਂ ਲਿਖਿਆ ਮੈਨ ਮੇਡ, ਤੁਹਾਡਾ ਜਿਹੜਾ ਵੀ ਹੈਗਾ ਮੈਨ ਮੇਡ ਹੈਗਾ, ਨੈਚੁਰਲ ਹੈਗਾ ਆ, ਉਹ ਤੁਸੀਂ ਇੱਥੇ ਲਿਖ ਸਕਦੇ ਆ। ਨੈਕਸਟ ਲੀਨੀਅਰ ਪ੍ਰੋਸੈਸ, ਤੁਹਾਡਾ ਲੀਨੀਅਰ ਆ ਜਾਂ ਸਾਈਕਲੀਕਲ ਆ, ਉਹ ਦੋਨਾਂ 'ਚੋਂ ਜਿਹੜੀ ਚੀਜ਼ ਹੈਗੀ ਉਹ ਤੁਸੀਂ ਇੱਥੇ ਲਿਖ ਸਕਦੇ ਆ। ਅੱਗੇ ਇਨਵੋਲਵਿੰਗ ਟੋਟਲ, ਮੈਂ 7 ਲਿਖਿਆ। ਤੁਹਾਡੇ ਪ੍ਰੋਸੈਸ ਦੇ ਵਿੱਚ ਜਿੰਨੇ ਵੀ ਟੋਟਲ ਸਟੇਜਿਸ ਆ, ਟੋਟਲ ਸਟੈਪਸ ਆ, ਉਹ ਤੁਸੀਂ ਨੰਬਰ ਇੱਥੇ ਲਿਖ ਦੇਣਾ ਆ। ਉਸ ਤੋਂ ਬਾਅਦ ਇਟ ਸਟਾਰਟਸ ਵਿਦ, ਤੁਹਾਡਾ ਜੋ ਵੀ ਸਟਾਰਟਿੰਗ ਪੁਆਇੰਟ ਆ ਉਹ ਤੁਸੀਂ ਲਿਖੋ, ਐਂਡ ਐਂਡਸ ਵਿਦ, ਜੋ ਤੁਹਾਡਾ ਐਂਡਿੰਗ ਪੁਆਇੰਟ ਆ ਉਹ ਤੁਸੀਂ ਇੱਥੇ ਲਿਖ ਸਕਦੇ ਆ। ਯਾਨੀ ਕਿ ਇਹਨੂੰ ਤੁਸੀਂ ਐਜ਼ ਅ ਟੈਂਪਲੇਟ ਯੂਜ਼ ਕਰ ਸਕਦੇ ਆ, ਅਕੋਰਡਿੰਗ ਟੂ ਯਰ ਟਾਸਕ, ਅਕੋਰਡਿੰਗ ਟੂ ਯਰ ਪ੍ਰੋਸੈਸ, ਜੋ ਵੀ ਤੁਹਾਨੂੰ ਆਉਂਦਾ ਉਹ ਤੁਸੀਂ ਇਹਦੇ ਵਿੱਚ ਫਿਲ ਕਰ ਸਕਦੇ ਆ। ਇੱਕ ਚੀਜ਼ ਮੈਂ ਇਹਦੇ ਵਿੱਚ ਹੋਰ ਕਹੂੰਗਾ, ਆਲਵੇਜ਼ ਸਟਾਰਟ ਵਿਦ ਓਵਰਆਲ। ਜਿਹੜਾ ਮੈਂ ਵਰਡ ਲਿਖਿਆ ਨਾ ਓਵਰਆਲ, ਤੁਸੀਂ ਟਰਾਈ ਕਰੋ ਕਿ ਹਮੇਸ਼ਾ ਇਸੇ ਵਰਡ ਤੋਂ ਸਟਾਰਟ ਕਰੋ। ਉਹਦਾ ਰੀਜ਼ਨ ਇਹ ਆ ਕਿ ਇਹ ਜ਼ਿਆਦਾ ਫਾਰਮਲ ਲੱਗਦਾ ਹੈ ਅਤੇ ਸਮ ਅਪ ਕਰ ਦਿੰਦਾ ਆਪਣੇ ਸਾਰੇ ਪ੍ਰੋਸੈਸ ਨੂੰ, ਕਿ ਸਾਰੇ ਪ੍ਰੋਸੈਸ ਦੇ ਵਿੱਚ ਇਹ ਮੇਨ ਕੀ ਫੀਚਰਸ ਆ ਜਾਂ ਇਹ ਮੇਨ ਜਿਹੜੀਆਂ ਡਿਟੇਲਸ ਆ ਜਿਹਨੂੰ ਆਪਾਂ ਅੱਗੇ ਡਿਸਕਸ ਕਰਨਾ ਆ। ਹੁਣ ਉਹਨੇ ਆਪਾਂ ਆਪਣੇ ਨੈਕਸਟ 2 ਪੈਰਾਗ੍ਰਾਫਸ 'ਤੇ, ਜਿਹੜਾ ਹੈਗਾ 3rd ਅਤੇ 4th ਪੈਰਾਗ੍ਰਾਫ, ਇਹ 3rd ਅਤੇ 4th ਪੈਰਾਗ੍ਰਾਫਸ ਆਪਣੇ ਬੋਡੀ ਪੈਰਾਗ੍ਰਾਫਸ ਆ, ਜਿਹਦੇ ਵਿੱਚ ਆਪਾਂ ਪੂਰੇ ਪ੍ਰੋਸੈਸ ਨੂੰ ਡਿਟੇਲ 'ਚ ਲਿਖਣਾ ਆ। ਪ੍ਰੋਸੈਸ ਲਿਖਣ ਵਾਸਤੇ ਤੁਹਾਨੂੰ ਸਿਕੁਐਂਸ਼ੀਅਲ ਵਰਡਸ ਦੀ ਲੋੜ ਪੈਂਦੀ ਆ। ਹੁਣ ਸਿਕੁਐਂਸ਼ੀਅਲ ਵਰਡਸ ਕੀ ਹੁੰਦੇ ਆ? ਸਿਕੁਐਂਸ਼ੀਅਲ ਵਰਡਸ ਮੀਨਸ ਜਿਹੜੇ ਸੀਕੁਐਂਸ ਨੂੰ ਦੱਸਦੇ ਆ ਕਿ ਪਹਿਲਾਂ ਇਹ ਕੰਮ ਹੋਇਆ, ਉਸ ਤੋਂ ਬਾਅਦ ਇਹ ਕੰਮ ਹੋਇਆ, ਉਸ ਤੋਂ ਬਾਅਦ ਤੀਸਰੇ ਨੰਬਰ 'ਤੇ ਇਹ ਕੰਮ ਹੋਇਆ। ਯਾਨੀ ਕਿ ਇੱਕ ਕੰਟੀਨਿਊਟੀ ਦੇ ਵਿੱਚ, ਸੀਕੁਐਂਸ ਦੇ ਵਿੱਚ, ਰੈਗੂਲਰਿਟੀ ਦੇ ਵਿੱਚ ਇਹ ਕੰਮ ਹੁੰਦੇ ਪਏ ਆ, ਇਸ ਤੋਂ ਬਾਅਦ ਇਹ, ਇਸ ਤੋਂ ਬਾਅਦ ਇਹ, ਅਤੇ ਲਾਸਟ ਦੇ ਵਿੱਚ ਇਹ। ਇੱਦਾਂ ਦੇ ਵਰਡਸ ਤੁਹਾਨੂੰ ਕੁਝ ਲਰਨ ਕਰਨੇ ਪੈਣਗੇ। ਇਹ ਸਾਰੇ ਵਰਡਸ ਦੀ ਲਿਸਟ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਚ ਦੇ ਦੂੰਗਾ, ਇਸ ਲਈ ਵੀਡੀਓ ਨੂੰ ਪੂਰਾ ਦੇਖਿਓ। ਉਹ ਲਿਸਟ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਆਪਣੇ ਪ੍ਰੋਸੈਸ ਨੂੰ ਸਟਾਰਟ ਕਿੱਦਾਂ ਕਰਨਾ ਹੈ, ਉਹਦੇ ਮਿਡਲ 'ਚ ਕਿਹੜੇ ਸਿਕੁਐਂਸ਼ੀਅਲ ਵਰਡਸ ਆਉਣਗੇ ਜਾਂ ਉਹਨੂੰ ਖਤਮ ਕਿੱਦਾਂ ਕਰਨਾ ਹੈ, ਐਂਡ 'ਚ ਕਿਹੜੇ ਸਿਕੁਐਂਸ਼ੀਅਲ ਵਰਡਸ ਤੁਸੀਂ ਯੂਜ਼ ਕਰ ਸਕਦੇ ਹੋ। ਹੁਣ 2 ਬੋਡੀ ਪੈਰਾਗ੍ਰਾਫਸ ਬਣਾਉਣੇ ਆ ਆਪਾਂ, ਪਰ ਉਸ ਤੋਂ ਪਹਿਲਾਂ ਆਪਾਂ ਨੂੰ ਇਹ ਵੀ ਡਿਸੀਜਨ ਲੈਣਾ ਪੈਂਦਾ ਕਿ ਆਪਾਂ ਆਪਣੇ ਪੂਰੇ ਕੰਟੈਂਟ ਨੂੰ, ਪੂਰੇ ਜਿਹੜੇ ਸਟੈਪਸ ਆ, ਟੋਟਲ ਨੰਬਰ ਆਫ ਸਟੈਪਸ, ਉਹਨੂੰ ਡਿਵਾਈਡ ਕਿੱਦਾਂ ਕਰਨਾ ਆ। ਇਹਦੇ 2-3 ਤਰੀਕੇ ਹੋ ਸਕਦੇ ਆ। ਫਸਟ ਤਾਂ ਇਹ ਕਿ ਤੁਸੀਂ ਇਕੁਅਲ ਨੰਬਰ ਦੇ ਵਿੱਚ ਉਹਨੂੰ ਡਿਵਾਈਡ ਕਰ ਲਓ, ਟੋਟਲ ਨੰਬਰ ਆਫ ਸਟੇਜਿਸ ਨੂੰ। ਫੋਰ ਐਗਜ਼ਾਮਪਲ, ਜੇ ਤੁਹਾਡੀਆਂ 8 ਸਟੇਜਿਸ ਆ ਤਾਂ 4 ਕਰ ਲਈਆਂ, 10 ਸਟੇਜਿਸ ਆ ਤਾਂ ਫਸਟ 5 ਕਰ ਲਈਆਂ, ਨੈਕਸਟ 5 ਕਰ ਲਈਆਂ, ਜਾਂ 7 ਆ ਤਾਂ ਫਸਟ 4 ਕਰ ਲਈਆਂ ਤਾਂ ਨੈਕਸਟ 3 ਕਰ ਲਈਆਂ। ਪਰ ਇਸ ਤੋਂ ਵਧੀਆ ਜਾਂ ਇਸ ਤੋਂ ਬੈਟਰ ਤਰੀਕਾ ਇਹ ਹੁੰਦਾ ਕਿ ਲੌਜੀਕਲੀ ਡਿਵਾਈਡ ਕਰਨਾ। ਲੌਜੀਕਲੀ ਸੋਚੋ ਕਿ ਕਿੱਦਾਂ ਫਸਟ ਪੈਰਾਗ੍ਰਾਫ 'ਚ ਕੰਟੈਂਟ ਸਿਮਿਲਰ ਟਾਈਪ ਦਾ ਆ ਸਕਦਾ, ਸੈਕਿੰਡ ਪੈਰਾਗ੍ਰਾਫ 'ਚ ਜਿਹੜਾ ਸਿਮਿਲਰ ਟਾਈਪ ਦਾ ਕੰਟੈਂਟ ਉਹ ਕਿੱਦਾਂ ਆ ਸਕਦਾ। ਜਿਹੜੇ ਸਟੈਪ ਸਿਮਿਲਰ ਟਾਈਪ ਦੇ ਆ ਉਹਨਾਂ ਨੂੰ ਇੱਕ ਬੋਡੀ ਪੈਰਾਗ੍ਰਾਫ 'ਚ, ਜਿਹੜੇ ਦੂਸਰੇ ਟਾਈਪ ਦੇ ਆ ਉਹ ਦੂਸਰੇ ਪੈਰਾਗ੍ਰਾਫ ਦੇ ਵਿੱਚ। ਇਹਦੀ ਇੱਕ ਐਗਜ਼ਾਮਪਲ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਇੱਕ ਟਾਸਕ ਨੂੰ ਉਹਨਾਂ ਨੇ ਡਿਫਰੈਂਟ ਪਾਰਟਸ 'ਚ ਡਿਵਾਈਡ ਕੀਤਾ ਆ। ਸੀਮੈਂਟ ਪ੍ਰੋਡਕਸ਼ਨ ਦਾ ਸੈਪਰੇਟ ਲਿਖਿਆ ਆ, ਕੰਕਰੀਟ ਪ੍ਰੋਡਕਸ਼ਨ ਦਾ ਸੈਪਰੇਟ ਲਿਖਿਆ। ਜਦੋਂ ਤੁਸੀਂ ਇਸ ਪ੍ਰੋਸੈਸ ਨੂੰ ਕਰੋਗੇ ਤਾਂ ਜਿਹੜਾ ਸੀਮੈਂਟ ਪ੍ਰੋਡਕਸ਼ਨ ਵਾਲਾ ਉਹਦਾ ਸੈਪਰੇਟ ਪੈਰਾਗ੍ਰਾਫ ਬਣਾਉਂਗੇ, ਜਿਹੜਾ ਕੰਕਰੀਟ ਪ੍ਰੋਡਕਸ਼ਨ ਵਾਲਾ ਉਹਦਾ ਦੂਸਰਾ ਸੈਕਿੰਡ ਪੈਰਾਗ੍ਰਾਫ ਬਣਾਉਂਗੇ। ਇੱਦਾਂ ਪਹਿਲਾਂ ਲੌਜੀਕਲੀ ਸੋਚੋ ਕਿ ਲੌਜੀਕਲੀ ਡਿਵਾਈਡ ਹੋ ਸਕਦਾ ਜਾਂ ਨਹੀਂ। ਜੇ ਲੌਜੀਕਲੀ ਡਿਵਾਈਡ ਨਹੀਂ ਹੋ ਸਕਦਾ ਫਿਰ ਤੁਸੀਂ ਇਕੁਅਲੀ ਸਟੈਪਸ ਨੂੰ ਡਿਵਾਈਡ ਕਰ ਸਕਦੇ ਆ। ਹੁਣ ਜਿੱਦਾਂ ਆਪਣਾ ਅੱਜ ਦਾ ਟਾਸਕ ਆ ਜਿਹਦੇ 'ਚ 7 ਸਟੇਜਿਸ ਇਨਵੋਲਵਡ ਆ, ਉਹਦੇ ਵਿੱਚ ਇੱਦਾਂ ਦੀ ਕੋਈ ਵੀ ਸਪੈਸ਼ਲ ਚੀਜ਼ ਨਹੀਂ ਹੈਗੀ, ਤਾਂ ਉਹਨੂੰ ਆਪਾਂ ਇਕੁਅਲੀ ਡਿਵਾਈਡ ਕਰ ਦਾਂਗੇ, ਜਾਂ ਫਸਟ ਦੇ ਵਿੱਚ 4 ਕਰ ਦਾਂਗੇ ਅਤੇ ਨੈਕਸਟ ਦੇ ਵਿੱਚ 3 ਕਰ ਦੇਵਾਂਗੇ। ਹੁਣ ਫਸਟ ਪੈਰਾਗ੍ਰਾਫ ਦੇ ਵਿੱਚ ਆਉਂਦੇ ਆਪਾਂ। ਫਸਟ ਪੈਰਾਗ੍ਰਾਫ ਦੇ ਵਿੱਚ ਜਿਹੜਾ ਫਸਟ ਸਟੈਪ ਆ ਉਹਨੂੰ ਲਿਖਾਂਗੇ, ਫਸਟ ਸਟੇਜ ਨੂੰ ਲਿਖਾਂਗੇ ਸਟਾਰਟਿੰਗ ਦੇ ਵਿੱਚ। ਫਸਟ ਸਟੇਜ ਤੁਸੀਂ ਦੇਖ ਸਕਦੇ ਆ, ਕਲੇ ਦੀ ਡਿਗਿੰਗ ਹੁੰਦੀ ਪਈ ਆ, ਡਿਗਰ ਜਿਹੜਾ ਹੈ ਕਲੇ ਨੂੰ ਡਿਗ ਕਰਦਾ ਪਿਆ ਜ਼ਮੀਨ ਦੇ ਵਿੱਚੋਂ। ਇਹਦਾ ਸੈਂਟੈਂਸ ਲਿਖਿਆ ਮੈਂ, ਦ ਪ੍ਰੋਸੈਸ ਸਟਾਰਟਸ ਬਾਈ ਡਿਗਿੰਗ ਅਪ ਦੀ ਕਲੇ ਫਰੋਮ ਦੀ ਗਰਾਊਂਡ ਵਿਦ ਦੀ ਹੈਲਪ ਆਫ ਅ ਡਿਗਰ। ਇਹ ਆਪਣਾ ਫਸਟ ਸਟੈਪ ਜਾਂ ਫਸਟ ਸਟੇਜ ਆ। ਇਸ ਤੋਂ ਬਾਅਦ ਜਿਹੜਾ ਆ ਮੈਟਲ ਗ੍ਰਿਡ ਨਾਲ ਉਹਨੂੰ ਉਹ ਫਿਲਟਰ ਕਰਦੇ ਪਏ ਅਤੇ ਰੋਲਰ ਦੇ ਉੱਪਰ ਜਿਹੜੀ ਕਲੇ ਆ ਉਹ ਮੂਵ ਹੁੰਦੀ ਪਈ ਆ। ਇਹਦੇ ਨਾਲ ਹੀ ਥਰਡ ਸਟੈਪ ਆ, ਸੈਂਡ ਐਂਡ ਵਾਟਰ ਐਡ ਕਰਕੇ ਉਹ ਬ੍ਰਿਕਸ ਨੂੰ ਸ਼ੇਪ ਦਿੰਦੇ ਪਏ ਆ, ਕੱਟ ਕਰਦੇ ਪਏ ਉਹਨਾਂ ਨੂੰ, ਜਾਂ ਮੋਲਡ ਦੇ ਵਿੱਚ ਪਾ ਕੇ ਉਹਨਾਂ ਨੂੰ ਸ਼ੇਪ ਦਿੰਦੇ ਪਏ ਆ। ਇਹਦੇ ਵਾਸਤੇ ਮੈਂ ਸੈਂਟੈਂਸਿਸ ਲਿਖੇ ਆ, ਦੀ ਕਲੇ ਸਬਸੀਕੁਐਂਟਲੀ ਇਜ਼ ਪੁੱਟ ਔਨ ਏ ਮੈਟਲ ਗ੍ਰਿਡ ਟੂ ਫਿਲਟਰ ਦੀ ਇੰਪਿਓਰਿਟੀਜ਼। Filtered clay move on a roller to which sand and water is added to shape into the form of brick using either the wire cutter or the mold। ਹੁਣ ਜਿਹੜਾ ਫਸਟ ਸੈਂਟੈਂਸ ਮੈਂ ਬੋਲਿਆ ਇਹਦੇ ਵਿੱਚ ਇੱਕ ਮੈਂ ਵਰਡ ਯੂਜ਼ ਕੀਤਾ ਸਬਸੀਕੁਐਂਟਲੀ। ਸਬਸੀਕੁਐਂਟਲੀ ਦਾ ਮਤਲਬ ਹੁੰਦਾ ਉਹਦੇ ਨਾਲ ਹੀ ਜਾਂ ਉਸ ਤੋਂ ਬਾਅਦ। ਇਹ ਵੀ ਇੱਕ ਸਿਕੁਐਂਸ਼ੀਅਲ ਵਰਡ ਆ, ਇਹ ਵੀ ਜਿਹੜੀ ਮੈਂ ਐਂਡ 'ਚ ਲਿਸਟ ਦਊਂਗਾ ਉਹਦੇ ਵਿੱਚ ਇਨਕਲੂਡਡ ਹੋਊਗਾ।
ਇਹ 2 ਸਟੇਜਿਸ ਨੂੰ ਵੀ ਮੈਂ 2 ਸੈਂਟੈਂਸਿਸ ਦੇ ਵਿੱਚ ਸਮ ਅਪ ਕਰਤਾ ਆ। ਉਸ ਤੋਂ ਬਾਅਦ ਜਿਹੜੀ ਸਟੇਜ ਆਉਂਦੀ ਆ ਉਹ ਹੈਗੀ ਆ ਡਰਾਈ ਕਰਨਾ ਬ੍ਰਿਕਸ ਨੂੰ ਡਰਾਇੰਗ ਓਵਨ ਦੇ ਵਿੱਚ। ਇਹਦੇ ਵਾਸਤੇ ਮੈਂ ਸੈਂਟੈਂਸ ਲਿਖਿਆ, ਦੈਨ ਦੀ ਬ੍ਰਿਕਸ ਆਰ ਡਰਾਈਡ ਬਾਈ ਪੁੱਟਿੰਗ ਇਨਟੂ ਐਨ ਓਵਨ ਫॉर 1 to 2 days। ਹੁਣ ਇਹਦੀ ਵੀ ਸਟਾਰਟਿੰਗ ਮੈਂ ਇੱਕ ਸਿਕੁਐਂਸ਼ੀਅਲ ਵਰਡ ਤੋਂ ਕੀਤੀ ਸੀਗੀ ਜਿਹੜਾ ਹੈਗਾ ਦੈਨ। ਇੱਦਾਂ ਜਿੱਥੇ ਵੀ ਤੁਹਾਨੂੰ ਰਿਕੁਆਇਰਡ ਲੱਗਦਾ ਆ ਉੱਥੇ ਤੁਸੀਂ ਇੱਕ ਸਿਕੁਐਂਸ਼ੀਅਲ ਵਰਡ ਐਡ ਕਰ ਸਕਦੇ ਆ, ਪਰ ਓਵਰ ਯੂਜ਼ ਨਹੀਂ ਕਰਨਾ ਇਹਨੂੰ। ਇੱਦਾਂ ਨਹੀਂ ਹੈਗਾ ਕਿ ਤੁਸੀਂ ਹਰ ਸੈਂਟੈਂਸ ਨੂੰ ਹੀ ਇੱਕ ਸਿਕੁਐਂਸ਼ੀਅਲ ਵਰਡ ਤੋਂ ਸਟਾਰਟ ਕਰੋ। ਜਿੱਥੇ ਐਪਰੋਪ੍ਰੀਏਟ ਆ ਜਾਂ ਜਿੱਥੇ ਸੂਟੇਬਲ ਆ ਉੱਥੇ ਤੁਸੀਂ ਕਰ ਸਕਦੇ ਆ। ਹੁਣ ਇੱਥੇ ਆ ਕੇ ਮੇਰਾ ਫਸਟ ਪੈਰਾਗ੍ਰਾਫ ਕੰਪਲੀਟ ਹੋ ਗਿਆ। 4 ਸਟੇਜਿਸ ਨੂੰ ਮੈਂ ਇਹਦੇ ਵਿੱਚ ਕਵਰ ਕੀਤਾ ਹੈ ਅਤੇ 4 ਹੀ ਸੈਂਟੈਂਸਿਸ ਲਿਖੇ ਆ। ਤੁਸੀਂ ਜਿਹੜੇ ਬੋਡੀ ਪੈਰਾਗ੍ਰਾਫਸ ਬਣਾਉਣੇ ਆ, ਦੋਨੋਂ ਬੋਡੀ ਪੈਰਾਗ੍ਰਾਫ 1 ਵੀ ਅਤੇ 2 ਵੀ, ਦੋਨਾਂ ਦੇ ਵਿੱਚ 3 to 4 ਸੈਂਟੈਂਸਿਸ ਲਿਖਣੇ ਆ। ਇਹ ਐਵਰੇਜ ਲੈਂਥ ਹੁੰਦੀ ਆ। ਇਹਦੇ ਵਿੱਚ ਟਰਾਈ ਕਰਨੀ ਕਿ ਤੁਹਾਡਾ ਸਾਰਾ ਕੰਟੈਂਟ ਜਿਹੜਾ ਹੈ ਸਮ ਅਪ ਹੋ ਜਾਵੇ। ਉਸ ਤੋਂ ਜ਼ਿਆਦਾ ਜੇ ਤੁਸੀਂ ਲਿਖੋਗੇ ਤਾਂ ਓਵਰਰਾਈਟ ਦੇ ਜ਼ੋਨ ਦੇ ਵਿੱਚ ਆ ਸਕਦੇ ਆ। ਚਾਂਸਿਸ ਹੈਗਾ ਕਿ ਤੁਸੀਂ ਓਵਰਰਾਈਟ ਕਰ ਦਿਓ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ। ਟਰਾਈ ਕਰਨੀ ਹੁੰਦੀ ਮੈਕਸਿਮਮ 20 ਮਿੰਟਸ ਦੇ ਵਿੱਚ ਇਹਨੂੰ ਲਿਖੀਏ। ਜੇ ਜ਼ਿਆਦਾ ਸੈਂਟੈਂਸਿਸ ਬਣਾਉਂਗੇ ਓਬਵੀਅਸਲੀ ਤੁਹਾਨੂੰ ਜ਼ਿਆਦਾ ਲਿਖਣਾ ਪੈਣਾ ਆ। ਇਸ ਤੋਂ ਬਾਅਦ ਆਉਣੇ ਆਪਾਂ ਆਪਣੇ ਸੈਕਿੰਡ ਬੋਡੀ ਪੈਰਾਗ੍ਰਾਫ 'ਤੇ। ਆਪਣੀਆਂ ਨੈਕਸਟ ਸਟੇਜਿਸ ਇਹਦੇ ਵਿੱਚ ਕਵਰ ਕਰਾਂਗੇ। ਨੈਕਸਟ ਸਟੇਜਿਸ ਜਿਹੜੀਆਂ ਹੈਗੀਆਂ ਆਪਣੀਆਂ ਉਹ ਹੈਗੀਆਂ ਕੁਕਿੰਗ ਆਫ ਬ੍ਰਿਕਸ। ਕੁਕਿੰਗ ਕਰਨ ਲਈ ਉਹਨਾਂ ਨੇ ਕਿਲਨ ਵਰਡ ਯੂਜ਼ ਕੀਤਾ। ਕਿਲਨ ਦਾ ਮਤਲਬ ਹੁੰਦਾ ਭੱਠੀ। ਭੱਠੀ ਦੇ ਵਿੱਚ ਉਹਨਾਂ ਨੂੰ ਪਕਾਉਂਦੇ ਆ ਇੱਟਾਂ ਨੂੰ। ਤਾਂ ਇਸ ਪੈਰਾਗ੍ਰਾਫ ਨੂੰ ਮੈਂ ਸਟਾਰਟ ਕੀਤਾ ਹੈ ਮੂਵਿੰਗ ਫਰਦਰ ਤੋਂ। ਮੂਵਿੰਗ ਫਰਦਰ ਵੀ ਇੱਕ ਸਿਕੁਐਂਸ਼ੀਅਲ ਵਰਡ ਆ। ਮੇਰਾ ਸੁਜੈਸ਼ਨ ਹੈ ਜਦੋਂ ਤੁਸੀਂ ਆਪਣਾ ਸੈਕਿੰਡ ਬੋਡੀ ਪੈਰਾਗ੍ਰਾਫ ਸਟਾਰਟ ਕਰੋ ਪ੍ਰੋਸੈਸ ਦਾ ਤਾਂ ਉਹਨੂੰ ਮੂਵਿੰਗ ਫਰਦਰ ਤੋਂ ਸਟਾਰਟ ਕਰੋ। ਅੱਛਾ ਵਰਡ ਆ ਇਹ। Moving further, bricks are cooked in a kiln at moderate temperature of 200 to 980 degrees Celsius and then in another kiln at high temperature of 870 to 1300 degrees Celsius before being cooled for 2 to 3 days in a cooling chamber। ਹੁਣ ਇਹ ਦੋਨੋਂ ਕਿਲਨ ਦੇ ਵਿੱਚ ਜਿਹੜਾ ਬ੍ਰਿਕਸ ਨੂੰ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਕੂਲ ਕੀਤਾ ਗਿਆ, ਇਹ ਤਿੰਨੇ ਚੀਜ਼ਾਂ ਨੂੰ ਮੈਂ ਇੱਕ ਸੈਂਟੈਂਸ ਦੇ ਵਿੱਚ ਕਵਰ ਕਰ ਲਿਆ। ਉਸ ਤੋਂ ਬਾਅਦ ਜਿਹੜਾ ਆਪਣਾ ਸਟੇਜ ਜਾਂ ਸਟੈਪ ਆਉਂਦਾ ਉਹ ਹੈਗਾ ਪੈਕੇਜਿੰਗ ਅਤੇ ਲਾਸਟ ਦੇ ਵਿੱਚ ਡਿਲੀਵਰੀ। ਇਹਦੇ ਵਾਸਤੇ ਮੈਂ ਇੱਕ ਸੈਪਰੇਟ ਸੈਂਟੈਂਸ ਬਣਾਇਆ, ਆਫਟਰ ਦਿਸ ਸਟੈਪ ਬ੍ਰਿਕਸ ਆਰ ਰੈਡੀ ਵਿਚ ਆਰ ਪੈਕਡ ਐਂਡ ਲਾਸਟਲੀ ਡਿਲੀਵਰਡ ਇਨ ਅ ਟਰੱਕ। ਆਪਣੀਆਂ ਸਾਰੀਆਂ ਸਟੇਜਿਸ ਕੰਪਲੀਟ ਹੋ ਗਈਆਂ, ਪਰ ਇਸ ਪੈਰਾਗ੍ਰਾਫ ਦੇ ਵਿੱਚ ਮੈਂ ਸਿਰਫ 2 ਸੈਂਟੈਂਸਿਸ ਹੀ ਲਿਖੇ ਆ। ਮੈਂ ਤੁਹਾਨੂੰ ਪਹਿਲਾਂ ਸੁਜੈਸਟ ਕੀਤਾ ਸੀ ਕਿ ਤੁਸੀਂ 3 to 4 ਸੈਂਟੈਂਸਿਸ ਹੀ ਲਿਖਣੇ ਆ। ਮੈਂ ਹਾਲੇ ਵੀ ਤੁਹਾਨੂੰ ਇਹੀ ਸੁਜੈਸਟ ਕਰੂੰਗਾ ਕਿ ਤੁਸੀਂ ਆਪਣੇ ਦੋਨੋਂ ਪੈਰਾਗ੍ਰਾਫਸ ਵਾਸਤੇ 3 to 4 ਸੈਂਟੈਂਸਿਸ ਹੀ ਲਿਖੋ। ਪਰ ਮੈਂ 2 ਸੈਂਟੈਂਸਿਸ ਕਿਉਂ ਲਿਖੇ ਆ? ਉਹਦਾ ਰੀਜ਼ਨ ਆ, ਸਟਾਰਟਿੰਗ ਤੁਸੀਂ ਜਦੋਂ ਆਪਣੀ ਪ੍ਰੈਕਟਿਸ ਸਟਾਰਟ ਕਰਨੀ ਆ ਉਹਦੇ ਵਿੱਚ ਤੁਸੀਂ ਟਰਾਈ ਕਰੋ ਆਪਣੇ 3-4 ਸੈਂਟੈਂਸਿਸ ਦੇ ਵਿੱਚ ਕਵਰ ਕਰਨ ਦੀ। ਜਦੋਂ ਤੁਹਾਨੂੰ ਬਹੁਤ ਜ਼ਿਆਦਾ ਅਵੇਅਰਨੈਸ ਹੋ ਜਾਵੇ ਕਿ ਟਾਸਕ 1 ਪ੍ਰੋਸੈਸ ਨੂੰ ਕਿੱਦਾਂ ਟੈਕਲ ਕਰਨਾ ਜਾਂ ਬਹੁਤ ਜ਼ਿਆਦਾ ਇਹਦੀ ਨੌਲੇਜ ਜਾਂ ਪ੍ਰੈਕਟਿਸ ਹੋ ਜਾਵੇ, ਉਸ ਤੋਂ ਬਾਅਦ ਤੁਸੀਂ 2 ਸੈਂਟੈਂਸਿਸ 'ਤੇ ਆ ਸਕਦੇ। ਜੇ ਤੁਹਾਡੀ ਗ੍ਰਾਮਰ ਬਹੁਤ ਅੱਛੀ ਆ ਜਾਂ ਤੁਹਾਨੂੰ ਸੈਂਟੈਂਸ ਸਟਰਕਚਰਸ ਦਾ ਬਹੁਤ ਅੱਛੀ ਤਰ੍ਹਾਂ ਪਤਾ ਆ ਤਾਂ ਹੀ ਤੁਸੀਂ ਟਰਾਈ ਕਰੋ 2 ਸੈਂਟੈਂਸਿਸ ਦੀ। ਅਦਰਵਾਈਜ਼ ਤੁਸੀਂ 3 to 4 ਸੈਂਟੈਂਸਿਸ ਦੇ ਵਿੱਚ ਵੀ ਆਪਣਾ ਮਟੀਰੀਅਲ ਲਿਖ ਸਕਦੇ ਆ। 3 to 4 ਸੈਂਟੈਂਸਿਸ ਵੀ ਇਕੁਅਲੀ ਗੁੱਡ ਆ। ਇੱਥੇ ਆ ਗਿਆ ਆਪਣਾ ਪੂਰਾ ਟਾਸਕ 1 ਜਿਹੜਾ ਆ ਉਹ ਕੰਪਲੀਟ ਹੋ ਜਾਂਦਾ ਆ। ਪਰ ਇੱਕ ਚੀਜ਼ ਦਾ ਤੁਸੀਂ ਹਮੇਸ਼ਾ ਧਿਆਨ ਰੱਖਣਾ ਕਿ ਕੋਈ ਸਟੇਜ ਜਾਂ ਸਟੈਪ ਸਕਿਪ ਨਹੀਂ ਕਰਨਾ ਜਿੱਦਾਂ ਆਪਾਂ ਹੋਰ ਟਾਈਪਸ ਆਫ ਟਾਸਕ ਦੇ ਵਿੱਚ ਕਰਦੇ ਹਾਂ। ਫੋਰ ਐਗਜ਼ਾਮਪਲ ਜਦੋਂ ਆਪਾਂ ਟੇਬਲ ਲਿਖਦੇ ਹਾਂ, ਟੇਬਲ ਦੇ ਵਿੱਚ ਆਪਾਂ ਕਈ ਪਰਸੈਂਟੇਜਿਸ ਨੂੰ ਜਾਂ ਕਿਸੇ ਡਾਟਾ ਨੂੰ ਸਕਿਪ ਕਰ ਦਿੰਦੇ ਹਾਂ ਜਿਹੜਾ ਇੰਨਾ ਇੰਪੋਰਟੈਂਟ ਨਹੀਂ ਹੁੰਦਾ। ਪਰ ਪ੍ਰੋਸੈਸ ਦੇ ਵਿੱਚ ਕਦੀ ਵੀ ਨਹੀਂ ਇਹ ਹੁੰਦਾ। ਤੁਸੀਂ ਹਰ ਇੱਕ ਸਟੇਜ ਜਾਂ ਹਰ ਇੱਕ ਸਟੈਪ ਨੂੰ ਇਨਵੋਲਵ ਕਰਨਾ ਹੀ ਹੁੰਦਾ ਆ। ਕੋਈ ਸਟੈਪ ਜਾਂ ਕੋਈ ਸਟੇਜ ਸਕਿਪ ਨਹੀਂ ਕਰ ਸਕਦੇ। ਪ੍ਰੋਸੈਸ ਲਿਖਣ ਦੇ ਵਿੱਚ ਜੇ ਤੁਹਾਡਾ ਕੋਈ ਕੁਐਸਚਨ ਆ ਜਾਂ ਤੁਹਾਨੂੰ ਕੋਈ ਕਨਫਿਊਜ਼ਨ ਆ ਤਾਂ ਉਹ ਤੁਸੀਂ ਕਮੈਂਟ ਕਰਕੇ ਨੀਚੇ ਪੁੱਛ ਸਕਦੇ ਆ। ਜੇ ਵੀਡੀਓ ਤੁਹਾਡੇ ਲਈ ਯੂਸਫੁਲ ਸੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇ ਕੋਈ ਕੁਐਸਚਨ ਜਾਂ ਫੀਡਬੈਕ ਆ ਤਾਂ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆ। ਵੀਡੀਓ ਨੂੰ ਕਨਕਲੂਡ ਕਰਦੇ ਆ। ਅੱਜ ਲਈ ਬਸ ਇੰਨਾ ਹੀ। ਮਿਲਦੇ ਆ ਅਗਲੀ ਵੀਡੀਓ ਦੇ ਵਿੱਚ।